किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। 8वें कांड का 6वां भाग। बाबा बुढ़ा जी का वर। श्री गुरु हरगोबिंद साहब जी का आगमन। वाहिगुरू जी का खालसा वाहिगुरू जी की फतेह। गुरदयाल सिंह। मनुख नूं माया जाल विच फसाउण दी अपार शक्ति वाले ब्राह्मणी मिथिहास का मनमोहना महल करामातां दियां हवाई कंधां ते उसारिया होया है। गुरु नानक साहब जी ने लोकां नूं इस भरम जाल विचों कढ के सच दे पुजारियां दा समाज उसारना आरंभ कर दिता। ब्राह्मण दी जिहड़ी पकड़ हज़ारां सालां तो लोकां दी धौण नूं पाई होई सी वो ढिली होण लग पई। इस तो पहलां महात्मा बुद्ध ने बड़ा यतन करके नवां धर्म चला लिया सी ਅਤੇ ਉਹਨਾਂ ਦੇ ਅਨੁਯਾਈਆਂ ਨੇ ਆਪਣਾ ਰਾਜ ਵੀ ਸਥਾਪਿਤ ਕਰ ਲਿਆ ਸੀ। ਬ੍ਰਾਹਮਣ ਨੇ ਚਿੜ ਕੇ ਹਿੰਦ ਵਿੱਚੋਂ ਬੁੱਧ ਧਰਮ ਦਾ ਖੁਰਾ ਖੋਜ ਹੀ ਮਿਟਾ ਦਿੱਤਾ ਸੀ। ਪਿਛਲੇ ਤਜਰਬੇ ਤੋਂ ਹੁਸ਼ਿਆਰ ਹੋ ਚੁੱਕਾ ਬ੍ਰਾਹਮਣ ਰੋਹ ਵਿੱਚ ਆ ਗਿਆ ਤੇ ਹੁਣ ਸਿੱਖ ਧਰਮ ਦਾ ਖੁਰਾ ਖੋਜ ਮਿਟਾਉਣ ਦੇ ਯਤਨਾਂ ਵਿੱਚ ਜੁਟ ਗਿਆ। ਵਿਦਵਾਨ ਅਤੇ ਚਤੁਰ ਬ੍ਰਾਹਮਣ ਨੇ ਧਰੋਂ ਆਏ ਗੁਰੂ ਨਾਨਕ ਸਾਹਿਬ ਜੀ ਦੇ ਬ੍ਰਹਮ ਗਿਆਨ ਦੀ ਅਪਾਰ ਸ਼ਕਤੀ ਨੂੰ ਪੂਰੀ ਤਰ੍ਹਾਂ ਸਮਝ ਲਿਆ ਸੀ। ਉਹ ਜਾਣਦਾ ਸੀ ਕਿ ਸਤਿਗੁਰਾਂ ਦੇ ਗਿਆਨ ਨੇ ਮਨੁੱਖਾਂ ਨੂੰ ਉਸ ਬ੍ਰਾਹਮਣ ਦੇ ਮਾਇਆ ਜਾਲ ਵਿੱਚੋਂ ਕੱਢ ਕੇ ਉੱਚੇ ਆਚਰਨ ਵਾਲਾ ਨਿਰਭੈ ਸੰਤ ਸੂਰਮਾ ਬਣਾ ਦੇਣਾ ਹੈ। ਚਤੁਰ ਪ੍ਰਹੁਤ ਨੇ ਗੁਰਬਾਣੀ ਵਿੱਚ ਖੋਟ ਰਲਾਉਣ ਦਾ ਯਤਨ ਆਰੰਭਿਆ, ਪਰ ਅਭੁੱਲ ਅਤੇ ਸੁਚੇਤ ਸਤਿਗੁਰ ਜੀ ਨੇ ਗੁਰਬਾਣੀ ਗਿਆਨ ਨੂੰ ਅਜਿਹੇ ਢੰਗ ਨਾਲ ਸੰਭਾਲ ਲਿਆ ਕਿ ਬ੍ਰਾਹਮਣ ਦੀ ਛੇੜਛਾੜ ਉਸ ਤੱਕ ਕਦੇ ਵੀ ਨਹੀਂ ਸੀ ਪੁੱਜ ਸਕਦੀ। ਬ੍ਰਾਹਮਣ ਸਿੱਖੀ ਗਿਆਨ ਦਾ ਬੁਰਕਾ ਪਾ ਕੇ ਸਿੱਖ ਧਰਮ ਦਾ ਪੂਜਨੀਕ ਚੌਧਰੀ ਆ ਬਣਿਆ। ਉਸ ਨੇ ਸਿੱਖ ਇਤਿਹਾਸਕਾਰਾਂ ਨੂੰ ਆਪਣੇ ਅਸਰ ਹੇਠ ਲਿਆ। ਫਿਰ ਕਰਾਮਾਤ ਦੇ ਪਖੰਡਾਂ ਵਿੱਚ ਲੰਪਟੀਆਂ ਝੂਠੀਆਂ ਕਹਾਣੀਆਂ ਸਿੱਖ ਇਤਿਹਾਸ ਵਿੱਚ ਰਲਾ ਕੇ ਗੁਰਮਤਿ ਸਿਧਾਂਤ ਨੂੰ ਖੰਡਨ ਕਰਨ ਵਾਲਾ ਅਜਿਹਾ ਬਾਣ ਮਾਰਿਆ ਜੋ ਐਨ ਨਿਸ਼ਾਨੇ 'ਤੇ ਬੈਠਿਆ। ਸਿੱਖ ਜਗਤ ਨੇ ਕਰਾਮਾਤਾਂ ਦੇ ਫੋਕੇ ਅਸਰ ਨੂੰ ਕਬੂਲ ਕਰ ਲਿਆ ਅਤੇ ਹੌਲੀ ਹੌਲੀ ਗੁਰੂ ਦੀ ਸਿੱਖਿਆ ਨੂੰ ਭੁੱਲਦਾ ਹੀ ਚਲਿਆ ਗਿਆ। ਹਜ਼ਾਰਾਂ ਸਾਲਾਂ ਤੋਂ ਮਨੁੱਖ ਦੇ ਆਚਰਨ ਵਿੱਚ ਬਣਦੇ ਆ ਰਹੇ ਝੂਠ ਦੀ ਪੂਜਾ ਕਰਨ ਵਾਲੇ ਜਿਨ੍ਹਾਂ ਸੰਸਕਾਰਾਂ ਨੂੰ ਗੁਰਦੇਵ ਜੀ ਨੇ 200 ਸਾਲ ਤੋਂ ਵੱਧ ਸਮਾਂ ਖਰਚ ਕੇ ਕੱਢਿਆ ਸੀ, ਉਹ ਘਾਤਕ ਸੰਸਕਾਰ ਗੁਰੂ ਦੇ ਸਿੱਖ ਵਿੱਚ ਮੁੜ ਸੁਰਜੀਤ ਹੁੰਦੇ ਗਏ। ਅੱਜ ਸਥਿਤੀ ਇਹ ਬਣ ਚੁੱਕੀ ਹੈ ਕਿ ਸਿੱਖ ਗੁਰਦੇਵ ਦੀ ਸਟੇਜ ਤੋਂ ਹੀ ਝੂਠੀਆਂ ਕਹਾਣੀਆਂ ਨੂੰ ਸੁਣ ਕੇ ਖੁਸ਼ੀ ਅਨੁਭਵ ਕਰਨ ਨੂੰ ਅਤੇ ਮਾਇਆ ਜਾਲ ਵਿੱਚ ਫਸਾਉਣ ਵਾਲੀ ਬ੍ਰਾਹਮਣੀ ਰੀਤ ਉੱਤੇ ਗੁਰਮਤਿ ਸਿਧਾਂਤ ਨੂੰ ਕੁਰਬਾਨ ਕਰੀ ਜਾਣਾ ਆਪਣਾ ਧਰਮ ਬਣਾ ਬੈਠਾ ਹੈ। ਬ੍ਰਾਹਮਣੀ ਕਰਾਮਾਤ ਦਾ ਅਸਰ ਇੰਨਾ ਪੈ ਚੁੱਕਾ ਹੈ ਕਿ ਸਿੱਖਾਂ ਦੀ ਬਹੁ ਗਿਣਤੀ ਉਸ ਸੁਹਿਰਦ ਗੁਰਸਿੱਖ ਨੂੰ ਮਖੌਲ ਕਰਦੀ ਹੈ ਜਿਹੜਾ ਗੁਰਬਾਣੀ ਦੇ ਸ਼ਬਦਾਂ ਦੁਆਰਾ ਠੀਕ ਸੇਧ ਦੇਣ ਦਾ ਯਤਨ ਕਰਦਾ ਹੈ। ਸਿੱਖੀ ਭੇਸ ਵਾਲੇ ਕਈ ਵਿਦਵਾਨ ਪ੍ਰਚਾਰਕ ਗਿਆਨ ਵਿੱਚ ਲਪੇਟ ਕੇ ਬ੍ਰਾਹਮਣੀ ਰੀਤੀ ਦੇ ਭਰਮ ਵਾਲੇ ਟੀਕੇ ਬੜੀ ਸਫਲਤਾ ਨਾਲ ਸਿੱਖ ਨੂੰ ਲਾ ਰਹੇ ਹਨ ਅਤੇ ਪੂਜਨੀਕ ਬਣ ਕੇ ਲੱਖਾਂ ਦਾ ਪੰਥਕ ਧਨ ਡਕਾਰੀ ਜਾ ਰਹੇ ਹਨ। ਜਿਸ ਬ੍ਰਾਹਮਣ ਨੇ ਸ੍ਰੀ ਰਾਮਚੰਦ ਜੀ ਅਥਵਾ ਕ੍ਰਿਸ਼ਨ ਜੀ ਦੇ ਜਨਮ ਨੂੰ ਬ੍ਰਾਹਮਣ ਰਿਸ਼ੀਆਂ ਦੇ ਤਬੋਬਲ ਦੀ ਕਰਾਮਾਤ ਨਾਲ ਜੋੜਿਆ ਹੋਇਆ ਸੀ, ਉਸ ਨੇ ਹੀ ਕ੍ਰਿਸ਼ਨ ਨੂੰ ਗੋਬਿੰਦ ਦਾ ਨਾਮ ਵੀ ਦਿੱਤਾ ਹੋਇਆ ਸੀ। ਇੱਧਰ ਸਬੱਬ ਨਾਲ 6ਵੇਂ ਅਤੇ 10ਵੇਂ ਪਾਤਸ਼ਾਹ ਜੀ ਦਾ ਨਾਮ ਵੀ ਗੋਬਿੰਦ ਰੱਖਿਆ ਗਿਆ ਸੀ। ਇਹਨਾਂ ਦੋਹਾਂ ਦੇ ਜਨਮ ਅਤੇ ਬਾਲਪਣ ਨਾਲ ਬ੍ਰਾਹਮਣੀ ਢੰਗ ਵਾਲੀਆਂ ਗਾਥਾਵਾਂ ਸਫਲਤਾ ਨਾਲ ਜੋੜ ਦਿੱਤੀਆਂ ਗਈਆਂ। ਗੁਰੂ ਨਾਨਕ ਸਾਹਿਬ ਜੀ ਤਾਂ ਧੁਰੋਂ ਹੀ ਗੁਰੂ ਬਣ ਕੇ ਆਏ ਸਨ। ਉਹਨਾਂ ਦਾ ਤਾਂ ਗੁਰੂ ਹੈ ਹੀ ਪਰਮਾਤਮਾ ਆਪ ਸੀ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਪੰਨਾ 599। ਬਾਕੀ 9 ਗੁਰੂ ਸਰੀਰ ਗੁਰੂ ਜੋਤ ਦੀ ਸ਼ਕਤੀ ਦੇ ਮਾਲਕ ਉਸ ਸਮੇਂ ਬਣਦੇ ਸਨ ਜਦੋਂ ਗੁਰੂ ਨਾਨਕ ਦੇ ਗਿਆਨ ਪ੍ਰਕਾਸ਼ ਵਿੱਚ ਰੰਗੀਜ਼ ਕੇ ਸਤਿਗੁਰਾਂ ਦੀ ਮਿਹਰ ਨਾਲ ਗੁਰੂ ਪਦਵੀ ਦੇ ਮਾਲਕ ਥਾਪੇ ਜਾਂਦੇ ਸਨ। ਉਸ ਖਾਸ ਸਮੇਂ ਤੋਂ ਪਹਿਲਾਂ ਸਾਰੇ ਗੁਰੂ ਦਰਬਾਰ ਦੇ ਸਿੱਖ ਸੇਵਕ ਹੀ ਸਨ। ਫਿਰ 6ਵੇਂ ਅਤੇ 10ਵੇਂ ਗੋਬਿੰਦ ਭਾਵ ਕ੍ਰਿਸ਼ਨ ਨਾਮ ਵਾਲੇ ਗੁਰੂ ਸਾਹਿਬਾਨ ਨੂੰ ਜਨਮ ਤੋਂ ਅਥਵਾ ਜਨਮ ਤੋਂ ਵੀ ਪਹਿਲਾਂ
ਬ੍ਰਾਹਮਣੀ ਅਵਤਾਰਾਂ ਵਾਂਗ ਧੁਰੋਂ ਕਰਾਮਾਤਾਂ ਵਾਲੇ ਬਣ ਕੇ ਆਏ ਮੰਨ ਕੇ ਕਿ ਅਸਾਂ ਕੋਈ ਭੁੱਲ ਨਹੀਂ ਕੀਤੀ। ਇਸ ਗੰਭੀਰ ਪ੍ਰਸ਼ਨ ਨੂੰ ਵਿਚਾਰਨਾ ਅੱਜ ਪਾਪ ਬਣ ਚੁੱਕਾ ਹੈ। ਬ੍ਰਾਹਮਣੀ ਇਤਿਹਾਸਕਾਰਾਂ ਨੇ ਸ੍ਰੀ ਰਾਮ ਚੰਦਰ ਜੀ ਦੇ ਜਨਮ ਵਾਂਗ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਨੂੰ ਬਾਬਾ ਬੁੱਢਾ ਜੀ ਦੇ ਵਰ ਦੀ ਕਰਾਮਾਤ ਨਾਲ ਅਜਿਹੇ ਢੰਗ ਨਾਲ ਜੋੜਿਆ ਕਿ ਗੁਰੂ ਦੇ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਆਪਣੇ ਪਿਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਉਚਾਰੇ ਉਹ ਪਾਵਨ ਗੁਰਬਾਣੀ ਸ਼ਬਦ ਵੀ ਅਰਥਹੀਣ ਸਮਝ ਲਏ, ਜਿਨ੍ਹਾਂ ਦੁਆਰਾ ਸਤਿਗੁਰਾਂ ਨੇ ਪ੍ਰਭੂ ਨੂੰ ਛੱਡ ਕੇ ਕਿਸੇ ਮਨੁੱਖ ਕੋਲੋਂ ਕੋਈ ਪਦਾਰਥ ਮੰਗਣ ਦੀ ਸਖਤ ਮਨਾਹੀ ਕੀਤੀ ਹੈ। ਗਿਆਨ ਸਿੰਘ ਖਿਮਾ ਕਰਨਾ ਜੀ, ਅੱਗੇ ਚੱਲਣ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਦਾ ਕੋਈ ਅਜਿਹਾ ਸ਼ਬਦ ਸੁਣਾਉਣ ਦੀ ਕਿਰਪਾ ਕਰ ਦਿਓ ਜਿਸ ਤੋਂ ਇਹ ਸਪਸ਼ਟ ਹੋ ਜਾਵੇ ਕਿ ਗੁਰੂ ਅਰਜਨ ਸਾਹਿਬ ਜੀ ਕਿਸੇ ਮਨੁੱਖ ਕੋਲੋਂ ਅਜਿਹੀ ਮੰਗ ਕਰਨ ਦੇ ਵਿਰੁੱਧ ਸਨ। ਗੁਰਦਿਆਲ ਸਿੰਘ, ਪਿਆਰੇ ਭਾਈ ਗਿਆਨ ਸਿੰਘ ਜੀ, ਧੰਨਵਾਦੀ ਹਾਂ ਆਪ ਜੀ ਦਾ, ਜਿਨ੍ਹਾਂ ਦੀ ਕਿਰਪਾ ਨਾਲ ਗੁਰਬਾਣੀ ਵਿਚਾਰ ਦਾ ਸਮਾਂ ਮਿਲਿਆ ਹੈ। ਆਓ ਪੰਚਮ ਪਾਤਸ਼ਾਹ ਜੀ ਦੇ ਫਰਮਾਨਾਂ ਦੀ ਵਿਚਾਰ ਨਾਲ ਮਨ ਜੋੜੀਏ। ਸ਼ਲੋਕ। ਮਾਇਆ ਡੋਲੇ ਬਹੁ ਬਿਧੀ, ਮਨ ਲਪਟਿਓ ਤਹਿ ਸੰਗ, ਮੰਗਨ ਤੇ ਜਿਹ ਤੁਮ ਰੱਖੋ, ਸੋ ਨਾਨਕ ਨਾਮੈ ਰੰਗ। ਪੌੜੀ। ਮੰਮਾ ਮੰਗਣ ਹਾਰ ਇਆਨਾ, ਦੇਨ ਹਾਰ ਦੇ ਰਹਿਓ ਸੋ ਜਾਨਾ, ਜੋ ਦੀਨੋ ਸੋ ਏਕੈ ਬਾਰ, ਮਨ ਮੂਰਖ ਕਹਿ ਕਰੈ ਪੁਕਾਰ, ਜੋ ਮੰਗੈ ਤੋ ਮੰਗੈ ਬੀਆ, ਜਾਤੇ ਕੁਸਲ ਨ ਕਾਹੂ ਥੀਆ, ਮੰਗਨ ਮੰਗ ਤਾਂ ਏਕੈ ਮੰਗ, ਨਾਨਕ ਜਾਤੇ ਪਰੇ ਪਰਾਗ। ਪੰਨਾ 257। ਅਰਥ। ਮਨੁੱਖ ਦਾ ਮਨ ਕਈ ਤਰੀਕਿਆਂ ਨਾਲ ਮਾਇਆ ਦੀ ਖਾਤਰ ਡੋਲਦਾ ਰਹਿੰਦਾ ਹੈ। ਪ੍ਰਭੂ ਅੱਗੇ ਅਰਦਾਸ ਕਰ ਤੇ ਆਖ, ਹੇ ਪ੍ਰਭੂ, ਜਿਸ ਮਨੁੱਖ ਨੂੰ ਤੂੰ ਮਾਇਆ ਮੰਗਣ ਤੋਂ ਵਰਜ ਲੈਂਦਾ ਹੈ, ਸਬਰ ਸੰਤੋਖ ਬਖਸ਼ਦਾ ਹੈ, ਉਹ ਤੇਰੇ ਨਾਮ ਵਿੱਚ ਪਿਆਰ ਪਾ ਲੈਂਦਾ ਹੈ। ਬੇਸਮਝ ਜੀਵ ਹਰ ਵੇਲੇ ਮਾਇਆ ਹੀ ਮਾਇਆ ਮੰਗਦਾ ਰਹਿੰਦਾ ਹੈ। ਇਹ ਨਹੀਂ ਸਮਝਦਾ ਸਭ ਦਿਲਾਂ ਦੇ ਜਾਣਨ ਵਾਲਾ ਦਾਤਾਰ ਸਭ ਪਦਾਰਥ ਦੇਈ ਜਾ ਰਿਹਾ ਹੈ। ਹੇ ਮੂਰਖ ਮਨ, ਤੂੰ ਕਿਉਂ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਿਹਾ ਹੈ? ਉਸ ਦੀਆਂ ਦਿੱਤੀਆਂ ਦਾਤਾਂ ਤਾਂ ਕਦੇ ਮੁੱਕਣ ਵਾਲੀਆਂ ਹੀ ਨਹੀਂ ਹਨ। ਹੇ ਮੂਰਖ, ਤੂੰ ਜਦੋਂ ਵੀ ਮੰਗਦਾ ਹੈ, ਨਾਮ ਤੋਂ ਬਿਨਾਂ ਹੋਰ ਹੀ ਚੀਜ਼ਾਂ ਮੰਗਦਾ ਹੈ, ਜਿਨ੍ਹਾਂ ਤੋਂ ਕਦੇ ਕਿਸੇ ਨੂੰ ਆਤਮਿਕ ਸੁੱਖ ਨਹੀਂ ਮਿਲਿਆ। ਹੇ ਮੂਰਖ ਮਨ, ਜੇ ਤੂੰ ਮੰਗਣੀ ਹੀ ਹੈ ਤਾਂ ਪ੍ਰਭੂ ਦਾ ਨਾਮ ਹੀ ਮੰਗ, ਜਿਸ ਦੀ ਬਰਕਤ ਨਾਲ ਤੂੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਏ, ਤੇਰੀਆਂ ਸਾਰੀਆਂ ਹੀ ਭੁੱਖਾਂ ਮਿਟ ਜਾਣ। ਕਹਿਤ ਸੁਣਤ ਕਿਛ ਸ਼ਾਂਤ ਨ ਉਪਜਤ, ਬਿਨ ਬਿਸਾਸ ਕਿਆ ਸ਼ੇਖਾਂ, ਪ੍ਰਭੂ ਤਿਆਗ ਆਨ ਜੋ ਚਾਹਤ, ਤਾਂ ਕਿ ਮੁਖ ਲਾਗੇ ਕਾ ਲੇਖਾ। ਪੰਨਾ 1221। ਅਰਥ। ਨਿਰੇ ਆਖਣ ਸੁਣਨ ਨਾਲ ਮਨੁੱਖ ਦੇ ਮਨ ਵਿੱਚ ਕੋਈ ਸ਼ਾਂਤੀ ਪੈਦਾ ਨਹੀਂ ਹੁੰਦੀ। ਸ਼ਰਧਾ ਤੋਂ ਬਿਨਾਂ ਕੋਈ ਲਾਭ ਨਹੀਂ ਹੁੰਦਾ। ਜਿਹੜਾ ਮਨੁੱਖ ਜ਼ਬਾਨੀ ਤਾਂ ਬਥੇਰੀਆਂ ਗਿਆਨ ਦੀਆਂ ਗੱਲਾਂ ਕਰਦਾ ਹੈ, ਪਰ ਪ੍ਰਭੂ ਨੂੰ ਛੱਡ ਕੇ ਹੋਰ ਪਦਾਰਥ ਲੋੜਦਾ ਹੈ, ਉਸ ਦੇ ਮੱਥੇ ਤੇ ਮਾਇਆ ਦੀ ਕਾਲਖ ਲੱਗੀ ਰਹਿੰਦੀ ਹੈ। ਭਾਵ ਪ੍ਰਭੂ ਦਰਬਾਰ ਵਿੱਚ ਉਸ ਦਾ ਮੂੰਹ ਕਾਲਾ ਹੁੰਦਾ ਹੈ। ਹਉ ਮੰਗੂ ਆਨ ਲਜਾਵੂ, ਸਗਲ ਛਤਰਪਤ ਏਕੋ ਠਾਕੁਰ, ਕੌਣ ਸੰਸਰ ਲਾਮੂ ਰਹਾਓ। ਪੰਨਾ 401। ਅਰਥ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਪਾਸੋਂ ਮੰਗਦਾ ਜਾਂ ਮੰਗਣ ਦਾ ਵਿਚਾਰ ਕਰਦਾ ਹਾਂ ਤਾਂ ਮੈਨੂੰ ਲੱਜਿਆ ਆਉਂਦੀ ਹੈ, ਕਿਉਂਕਿ ਇੱਕ ਮਾਲਕ ਪ੍ਰਭੂ ਹੀ ਸਭ ਦਾ ਰਾਜਾ ਹੈ। ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖਿਆਲ ਨਹੀਂ ਕਰ ਸਕਦਾ ਰਹਾ। ਮੰਗੋ ਰਾਮ ਤੇ ਸਭ ਥੋਕ, ਮਾਨਕ ਕੋ ਜਾਚਤ ਸ਼ਰਮ ਪਾਈਐ, ਪ੍ਰਭ ਕੈ ਸਿਮਰਨ ਮੋਖ ਰਹਾਓ। ਪੰਨਾ 682। ਅਰਥ। ਹੇ ਭਾਈ, ਮੈਂ ਤਾਂ ਸਾਰੇ ਪਦਾਰਥ ਪਰਮਾਤਮਾ ਤੋਂ ਹੀ ਮੰਗਦਾ ਹਾਂ। ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ। ਦੂਜੇ ਪਾਸੇ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਪਦਾਰਥ ਵੀ ਮਿਲਦੇ ਹਨ ਤੇ ਮਾਇਆ ਦੇ ਮੋਹ ਤੋਂ ਖਲਾਸੀ ਵੀ ਪ੍ਰਾਪਤ ਹੋ ਜਾਂਦੀ ਹੈ। ਰਹਾਓ। ਆਪਣਾ ਮੀਤ ਸੁਆਮੀ ਗਾਈਐ, ਆਸ ਨ ਅਵਰ ਕਾਹੂ ਕੀ ਕੀਜੈ, ਸੁਖ ਦਾਤਾ ਪ੍ਰਭ ਧਿਆਈਐ। ਰਹਾਓ। ਸੁਖ ਮੰਗਲ ਕਲਿਆਣ ਜਿਸੇ ਕਰ, ਤਿਸ ਹੀ ਸ਼ਰਣੀ ਪਾਈਐ, ਤਿਸੇ ਤਿਆਗ ਮਾਨੁਖ ਜੇ ਸੇਵੋ, ਤਉ ਲਾਜ ਲੋਨ ਹੋ ਜਾਈਐ। ਏਕ ਓਟ ਪਕੜੀ ਠਾਕੁਰ ਕੀ, ਗੁਰ ਮਿਲ ਮਤ ਬੁੱਧ ਪਾਈਐ, ਗੁਣ ਨਿਧਾਨ ਨਾਨਕ ਪ੍ਰਭ ਮਿਲਿਆ,
ਸਗਲ ਚੁੱਕੀ ਮੋਹ ਤਾਈਐ। ਪੰਨਾ 1214। ਅਰਥ, ਮਾਲਕ ਪ੍ਰਭੂ ਹੀ ਆਪਣਾ ਅਸਲ ਮਿੱਤਰ ਹੈ। ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਵੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ। ਉਹ ਪ੍ਰਭੂ ਹੀ ਸਾਰੇ ਸੁੱਖ ਦੇਣ ਵਾਲਾ ਹੈ। ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਰਹਾਓ, ਪਰਮਾਤਮਾ ਦੇ ਹੀ ਘਰ ਵਿੱਚ ਸਾਰੇ ਸੁੱਖ ਹਨ, ਖੁਸ਼ੀਆਂ ਤੇ ਆਨੰਦ ਹਨ। ਉਸੇ ਦੀ ਹੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੇ ਤੁਸੀਂ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਦੀ ਖੁਸ਼ਾਮਦ ਕਰਦੇ ਰਹੋਗੇ ਤਾਂ ਸ਼ਰਮਸ਼ਾਰ ਹੋਣਾ ਪੈਂਦਾ ਹੈ। ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਉੱਚੀ ਮੱਤ, ਉੱਚੀ ਬੁੱਧੀ ਪ੍ਰਾਪਤ ਕਰ ਲਈ, ਉਸ ਨੇ ਸਿਰਫ ਮਾਲਕ ਪ੍ਰਭੂ ਦਾ ਹੀ ਆਸਰਾ ਲਿਆ। हे ਨਾਨਕ, ਸਾਰੇ ਗੁਣਾਂ ਦਾ ਖਜ਼ਾਨਾ ਜਿਸ ਮਨੁੱਖ ਨੂੰ ਮਿਲ ਪਿਆ, ਉਸ ਦੀ ਸਾਰੀ ਮੁਥਾਜੀ ਮੁੱਕ ਗਈ। ਸੰਸਾਰ ਨੂੰ ਅਜਿਹਾ ਉਪਦੇਸ਼ ਦੇਣ ਵਾਲੇ ਪੰਚਮ ਪਾਤਸ਼ਾਹ ਜੀ ਦੇ ਬਾਰੇ ਕਿਵੇਂ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਬਾਬਾ ਬੁੱਢਾ ਜੀ ਤੋਂ ਪੁੱਤਰ ਰੂਪੀ ਮਾਇਆ ਦੀ ਮੰਗ ਕੀਤੀ ਹੋਵੇਗੀ ਅਤੇ ਫਿਰ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਵਾਰ ਤੀਜੀ, ਪੰਨਾ 958। ਫਰਮਾਉਣ ਵਾਲੇ ਗੁਰੂ ਅਰਜਨ ਜੀ ਪ੍ਰਭੂ ਨਾਮ ਤੋਂ ਬਿਨਾਂ ਕਿਸੇ ਨਾਸ਼ਵੰਤ ਪਦਾਰਥ, ਪੁੱਤਰ ਆਦਿ ਦੀ ਮੰਗ ਕਿਉਂ ਕਰਦੇ? ਅਜਿਹਾ ਤਾਂ ਸੋਚਣਾ ਵੀ ਗੁਰੂ ਨਿੰਦਿਆ ਹੈ। ਮੰਗਾਂ ਕਰਨ ਬਾਰੇ ਗੁਰਮਤਿ ਦੇ ਪੱਕੇ ਸਿਧਾਂਤ ਇਹ ਹਨ। ਨੰਬਰ 1, ਕਿਸੇ ਵੀ ਹਾਲਤ ਵਿੱਚ ਪਰਮਾਤਮਾ ਦੇ ਦਰ ਤੋਂ ਬਿਨਾਂ ਕਿਸੇ ਹੋਰ ਸ਼ਕਤੀ ਜਾਂ ਵਿਅਕਤੀ ਕੋਲੋਂ ਕਦੇ ਕੋਈ ਕਰਾਮਾਤੀ ਮੰਗ ਨਹੀਂ ਕਰਨੀ। ਨੰਬਰ 2, ਬਿਨਸ ਜਾਣ ਵਾਲੇ ਝੂਠੇ ਪਦਾਰਥਾਂ ਦੀ ਮੰਗ ਕਦੇ ਨਹੀਂ ਕਰਨੀ। ਅਜਿਹੀ ਲੋੜ ਨੇਕ ਕਮਾਈ ਕਰਕੇ ਪੂਰੀ ਕਰਨੀ। ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਕੋ ਮਰਤੇ ਘੜੀ ਨਾ ਲਾਗੇ। ਪੰਨਾ 109। ਨਾਸ਼ਵੰਤ ਪਦਾਰਥਾਂ ਨੂੰ ਸਤਿਗੁਰਾਂ ਨੇ ਝੂਠ ਮੰਨਿਆ। ਪੁੱਤਰ ਦਾ ਵੀ ਕੀ ਭਰੋਸਾ ਕਿਸ ਸਮੇਂ ਬਿਨਸ ਜਾਏ। ਸੋ ਪੁੱਤਰ ਰੂਪ ਝੂਠੀ ਮਾਇਆ ਦੀ ਮੰਗ ਪੰਚਮ ਪਾਤਸ਼ਾਹ ਜੀ ਨਹੀਂ ਸਨ ਕਰ ਸਕਦੇ। ਅਤੇ ਫਿਰ ਜੇ ਕੁਝ ਮੰਗਣਾ ਹੀ ਹੈ ਤਾਂ ਉਹਨਾਂ ਦਾ ਹੀ ਸਿਧਾਂਤ ਹੈ, ਕਿਸੇ ਵੀ ਮਨੁੱਖ ਦੀ ਟੇਕ ਸਦਾ ਵਿਅਰਥ ਜਾਣਨੀ ਚਾਹੀਦੀ ਹੈ। ਮਾਨੁ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ। ਪੰਨਾ 281। ਨੰਬਰ 3, ਪ੍ਰਭੂ ਕੋਲੋਂ ਨਾਮ ਪਦਾਰਥ ਦੀ ਹੀ ਮੰਗ ਕਰਨੀ ਹੈ। ਦਾਸ ਆਪਣੇ ਕੋ ਦੀਜੈ ਦਾਨ, ਕਬੂ ਨ ਵਿਸਰੇ ਨਾਨਕ ਨਾਮ। ਪੰਨਾ 178। ਜਰਾ ਖਿਆਲ ਕਰੋ ਪਿਆਰੇ ਗਿਆਨ ਸਿੰਘ ਦੀ, ਜਗਤ ਨੂੰ ਅਜਿਹਾ ਉਪਦੇਸ਼ ਕਰਨ ਵਾਲੇ ਗੁਰਦੇਵ ਜੀ ਨੇ ਆਪਣੇ ਇਸ ਹੁਕਮ ਅਵਰ ਉਪਦੇਸੈ ਆਪ ਨਾ ਕਰੇ, ਆਪ ਤਜਾਵਤ ਜਨਮੇ ਮਰੇ। ਪੰਨਾ 269 ਦੀ ਆਪ ਹੀ ਖੰਡਨਾ ਕਰ ਦੇਣੀ ਸੀ। ਪੰਚਮ ਗੁਰੂ ਸਾਹਿਬ ਜੀ ਤਾਂ ਇਹ ਕਹਿੰਦੇ ਥੱਕਦੇ ਹੀ ਨਹੀਂ ਕਿ ਮਤ ਕੋਈ ਜਾਣੋ ਅਵਰ ਕਿਛ ਸਭ ਪ੍ਰਭ ਕੇ ਹਾਥ। ਪੰਨਾ 814। ਕੇਵਲ ਪਰਮਾਤਮਾ ਦੀ ਹੀ ਹੱਥ ਵਿੱਚ ਸਭ ਕੁਝ ਸਮਝਣ ਦਾ ਉਪਦੇਸ਼ ਦੇਣ ਵਾਲੇ ਗੁਰੂ ਅਰਜਨ ਜੀ ਬਾਬਾ ਬੁੱਢਾ ਜੀ ਕੋਲ ਆਪਣੇ ਮਹਿਲਾਂ ਨੂੰ ਭੇਜਣਾ ਤਾਂ ਕਿਤੇ ਰਿਹਾ। ਉਹ ਕਿਸੇ ਮਨੁੱਖ ਕੋਲੋਂ ਕੋਈ ਪਦਾਰਥ ਮੰਗਣ ਦੀ ਵਿਚਾਰ ਵੀ ਕਦੇ ਨਹੀਂ ਸਨ ਕਰ ਸਕਦੇ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਪੰਚਮ ਪਾਤਸ਼ਾਹ ਜੀ ਇਸ ਮਹਾਨ ਗੁਰੂ ਸਾਹਿਬ ਦੀ ਗੱਦੀ 'ਤੇ ਬਿਰਾਜਮਾਨ ਸਨ। ਜਿਸ ਅਨੂਪਮ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੰਚਮ ਪਾਤਸ਼ਾਹ ਜੀ ਗੋਬਿੰਦ ਰੂਪ ਫਰਮਾਨ ਕਰਦਿਆਂ ਉਹਨਾਂ ਪ੍ਰਤੀ ਆਪਣੀ ਵਿਸ਼ੇਸ਼ ਸ਼ਰਧਾ ਕਈ ਵਾਰ ਪ੍ਰਗਟ ਕਰਦੇ ਰਹੇ ਹੋਣ, ਉਹ ਉਹਨਾਂ ਦੇ ਹੁਕਮਾਂ ਨੂੰ ਕਿਵੇਂ ਅੱਖੋਂ ਓਹਲੇ ਕਰ ਸਕਦੇ ਸਨ। ਪਹਿਲੇ ਸਰੂਪ ਸਮੇਂ ਹੀ ਗੁਰੂ ਘਰ ਦਾ ਇਹ ਪੱਕਾ ਸਿਧਾਂਤ ਬਣ ਚੁੱਕਾ ਸੀ। ਸੇਵੀ ਸਾਹਿਬ ਆਪਣਾ ਅਵਰ ਨ ਜਾਚੋਂ ਕੋਏ, ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਪੰਨਾ 660। ਅਰਥ, ਮੈਂ ਕੇਵਲ ਆਪਣੇ ਪ੍ਰਭੂ ਦੀ ਕਾਲ ਹੀ ਕਮਾਉਂਦਾ ਹਾਂ ਅਤੇ ਕਦੇ ਵੀ ਕਿਸੇ ਕੋਲੋਂ ਕੋਈ ਮੰਗ ਨਹੀਂ ਕਰਦਾ। ਨਾਨਕ ਤਾਂ ਉਸ ਪ੍ਰਭੂ ਦਾ ਹੀ ਗੁਮਾਸ਼ਤਾ ਹੈ ਅਤੇ ਹਰ ਛਿਨ ਉਸ ਉੱਤੇ ਟੁਕੜੇ ਟੁਕੜੇ ਕੁਰਬਾਨ ਜਾਂਦਾ ਹੈ। ਇਸ ਲਈ ਸਤਿਗੁਰੂ ਨਾਨਕ ਜੀ ਦੇ ਘਰ ਬਾਰੇ ਅਜਿਹਾ ਤਾਂ ਸੋਚਣਾ ਵੀ ਘੋਰ ਪਾਪ ਹੈ। ਜਿਵੇਂ ਬ੍ਰਾਹਮਣ ਆਪਣੇ ਇਸ਼ਟ ਦਾ ਭੰਡੀ ਪ੍ਰਚਾਰ ਕਰਨ ਲੱਗਾ ਨਹੀਂ ਝਿਜਕਦਾ, ਉਸੇ ਤਰ੍ਹਾਂ ਪੰਚਮ ਗੁਰੂ ਨਾਨਕ ਜੀ ਨੂੰ ਬਾਬਾ ਬੁੱਢਾ ਜੀ ਕੋਲੋਂ ਪੁੱਤਰ ਦੀ ਮੰਗ ਕਰਦੇ ਦਰਸਾਉਣ ਵਾਲਾ ਸਿੱਖ ਵੀ ਸ਼ਹੀਦਾਂ ਦੇ ਸਰਤਾਜ ਦਾ ਭੰਡੀ ਪ੍ਰਚਾਰ ਹੀ ਕਰ ਰਿਹਾ ਹੈ। ਸਬਰ, ਸੰਤੋਖ ਅਤੇ ਧੀਰਜ ਦੇ ਪੁੰਜ ਗੁਰੂ ਅਰਜਨ ਦੇਵ ਜੀ ਪਰਮਾਤਮਾ ਦੀ ਰਜ਼ਾ ਤੇ ਭਰੋਸਾ ਰੱਖਣਾ ਤਿਆਗ ਕੇ ਕਿ ਪੁੱਤਰ ਦੀ ਪ੍ਰਾਪਤੀ ਲਈ ਇਥੋਂ ਤਾਈਂ ਅਧੀਰ ਹੋ ਗਏ ਕਿ ਉਹਨਾਂ ਆਪਣੀ ਅਰਧੰਗਣੀ ਨੂੰ ਬਾਬਾ ਬੁੱਢਾ ਜੀ ਦੀ ਸ਼ਰਨ ਵਿੱਚ ਪੁੱਤਰ ਪਦਾਰਥ ਦੀ ਮੰਗ ਕਰਨ ਲਈ ਭੇਜ ਦਿੱਤਾ। ਕਿਸੇ ਦੇ ਵਰ ਨਾਲ
ਬਾਲਕ ਪੈਦਾ ਹੋਣੇ ਕੇਵਲ ਅਤੇ ਕੇਵਲ ਬ੍ਰਾਹਮਣੀ ਮਾਇਆ ਜਾਲ ਹੈ। ਅਜਿਹੀ ਗੱਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਜੋੜਨੀ ਪੰਥਕ ਵਿਸ਼ਵਾਸਘਾਤ ਹੈ। ਜਿਸ ਬ੍ਰਾਹਮਣ ਨੇ ਰਾਮ ਜੀ ਅਥਵਾ ਕ੍ਰਿਸ਼ਨ ਜੀ ਦੇ ਜਨਮ ਨੂੰ ਆਪਣੇ ਵਰਾਂ ਅਸੀਸਾਂ ਅਤੇ ਆਪਣੀ ਹੀ ਬਣਾਈ ਆਕਾਸ਼ ਬਾਣੀ ਦੇ ਅਧੀਨ ਰੱਖਿਆ ਸੀ, ਉਸ ਬਿੱਪਰ ਨੇ ਗੁਰੂ ਘਰ ਨੂੰ ਵੀ ਬੇਦਾਗ ਕਿਉਂ ਰਹਿਣ ਦੇਣਾ ਸੀ। ਸੋ ਹਰ ਇੱਕ ਸਿੱਖ ਗੁਰਸਿੱਖ ਦਾ ਧਰਮ ਬਣਦਾ ਹੈ ਕਿ ਉਹ ਹਰ ਉਸ ਪ੍ਰਚਾਰਕ ਜਾਂ ਲੇਖਕ ਨੂੰ ਅਗਿਆਨੀ ਸਮਝੇ ਜਾਂ ਸਿੱਖੀ ਦਾ ਪੱਕਾ ਦੁਸ਼ਮਣ ਮੰਨੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਨੂੰ ਜਾਂ ਕਿਸੇ ਵੀ ਹੋਰ ਦੀ ਪੈਦਾਇਸ਼ ਨੂੰ ਕਿਸੇ ਮਨੁੱਖ ਦੇ ਵਰ ਅਥਵਾ ਅਸੀਸ ਨਾਲ ਜੋੜਦਾ ਹੈ। ਗਿਆਨ ਸਿੰਘ, ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਖਿਮਾ ਅਤੇ ਸੰਤੋਖ ਦੇ ਪੁੰਜ ਪੰਚਮ ਪਾਤਸ਼ਾਹ ਜੀ ਬਾਰੇ ਅਜਿਹਾ ਘੋਰ ਅਨਰਥ ਸੁਣ ਲੈਣਾ ਵੀ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰ ਲੈਣ ਵਾਲਾ ਦੁਰਭਾਗ ਹੈ। ਆਪ ਜੀ ਦੀ ਕਿਰਪਾ ਨਾਲ ਦਾਸ ਨੂੰ ਵੀ ਸੁਰਤ ਆਈ ਹੈ ਕਿ ਪੰਚਮ ਗੁਰਦੇਵ ਜੀ ਪਿਤਾ ਜੀ ਨੇ ਆਪਣੇ ਹੀ ਬਚਨਾਂ ਦੇ ਉਲਟ ਕਿਸੇ ਮਨੁੱਖ ਤੋਂ ਕਿਸੇ ਪਦਾਰਥ ਦੀ ਮੰਗ ਕਿਉਂ ਕਰਨੀ ਸੀ। ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਮੰਗਣ ਲਈ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਭੇਜਿਆ ਦਰਸਾ ਕੇ ਇਤਿਹਾਸ ਦੇ ਲਿਖਾਰੀ ਨੇ ਗੁਰਦੇਵ ਜੀ ਦੀ ਸਖਤ ਨਰਾਦਰੀ ਕੀਤੀ ਹੈ। ਬਹੁਤੀ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਪੰਥ ਦਾ ਜਥੇਦਾਰ ਅਜਿਹੇ ਗੁਰਮਤਿ ਵਿਰੋਧੀ ਪ੍ਰਚਾਰ ਨੂੰ ਬੰਦ ਕਰਨ ਦਾ ਕੋਈ ਹੁਕਮਨਾਮਾ ਜਾਰੀ ਨਹੀਂ ਕਰ ਰਿਹਾ। ਹੁਣ ਤਾਂ ਇਹ ਯਾਦ ਕਰਕੇ ਦਾਸ ਸ਼ਰਮ ਨਾਲ ਪਾਣੀਓਂ ਪਾਣੀ ਹੋ ਰਿਹਾ ਹੈ ਕਿ ਅਸੀਂ ਤਾਂ ਏਡੇ ਨਿੱਘਰ ਚੁੱਕੇ ਹਾਂ ਜੋ ਇੱਕ ਪਾਸੇ ਤਾਂ ਅਸੀਂ ਬਾਬਾ ਜੀ ਨੂੰ ਗੁਰੂ ਘਰ ਦੇ ਅਨੰਨ ਭਗਤ ਗੁਰਮਤਿ ਦੇ ਪੂਰਨ ਗਿਆਤਾ ਬ੍ਰਹਮ ਗਿਆਨੀ ਵੀ ਕਹਿ ਰਹੇ ਹਾਂ ਤੇ ਨਾਲ ਇਹ ਕਹਿ ਰਹੇ ਹਾਂ ਕਿ ਉਹਨਾਂ ਨੇ ਗੁਰੂ ਪਰਿਵਾਰ ਨੂੰ ਸ਼ਰਾਪ ਦੇ ਦਿੱਤਾ ਸੀ। ਭਾਵ ਬਾਬਾ ਬੁੱਢਾ ਜੀ ਏਡੇ ਹੰਕਾਰੀ ਅਥਵਾ ਲਾਪਰਵਾਹ ਹੋ ਚੁੱਕੇ ਸਨ ਜੋ ਬ੍ਰਾਹਮਣ ਵਾਂਗ ਆਪਣੇ ਹੀ ਇਸ਼ਟ ਨੂੰ ਸ਼ਰਾਪ ਦੇ ਦਿੱਤਾ। ਬਾਬਾ ਬੁੱਢਾ ਜੀ ਦੀ ਇਸ ਤੋਂ ਵੱਡੀ ਨਰਾਦਰੀ ਹੋਰ ਕੀ ਹੋ ਸਕਦੀ। ਪੁਰਾਣਾਂ ਦੀਆਂ ਲਿਖਤਾਂ ਵਰਗਾ ਝੂਠ ਦਾ ਰਲਾ ਪਾ ਕੇ ਅਸਮਾਨੀ ਚਮਕਦੇ ਗੁਰ ਇਤਿਹਾਸ ਦੇ ਸੂਰਜ ਨੂੰ ਗ੍ਰਹਿਣ ਲਾਉਣ ਵਾਲੀ ਇਹ ਨੀਚ ਸ਼ਰਾਰਤ ਨਿਰਸੰਦੇਹ ਕਿਸੇ ਪੁਰੋਹਿਤ ਦੀ ਹੀ ਹੈ। ਹੁਣ ਤਾਂ ਇਹ ਸਮਝ ਵੀ ਪੈ ਰਹੀ ਹੈ ਕਿ ਬੀਬੀ ਸੁਲੱਖਣੀ ਨੂੰ ਘੋੜੇ ਦੀ ਕਿਰਪਾ ਨਾਲ ਇੱਕ ਦੀ ਥਾਂ 7 ਪੁੱਤਰ ਮਿਲ ਜਾਣ ਵਾਲੀ ਗਾਥਾ ਵੀ ਬ੍ਰਾਹਮਣੀ ਦਿਮਾਗ ਦੀ ਉਪਜ ਹੀ ਹੈ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅੱਜ ਤਾਈਂ ਅਸੀਂ ਇਹ ਵੀ ਨਹੀਂ ਵਿਚਾਰ ਸਕੇ ਕਿ ਇੱਕ ਪਾਸੇ ਤਾਂ ਅਸੀਂ ਸਤਿਗੁਰਾਂ ਨੂੰ ਅਪੁੱਲ ਅਤੇ ਸਰਬ ਕਲਾ ਸਮਰੱਥ ਮੰਨਦੇ ਹਾਂ ਤੇ ਦੂਜੇ ਪਾਸੇ ਆਪ ਹੀ ਇਹ ਮੰਨੀ ਜਾਂਦੇ ਹਾਂ ਕਿ ਗੁਰੂ ਜੀ ਦੀ ਮਰਜ਼ੀ ਤਾਂ ਘੋੜੇ ਨੇ ਨਹੀਂ ਸੀ ਚੱਲਣ ਦਿੱਤੀ। ਆਖੇ ਗੁਰੂ ਜੀ ਤਾਂ ਠੀਕਰੀ ਤੇ ਇੱਕ ਪੁੱਤਰ ਲਿਖਣਾ ਚਾਹੁੰਦੇ ਸਨ ਪਰ ਘੋੜੇ ਨੇ 7 ਲਿਖਵਾ ਦਿੱਤੇ। ਗੁਰਦੇਵ ਜੀ ਦੀ ਰਜਾ ਵਿੱਚ ਇੱਕ ਘੋੜਾ ਦਖਲ ਦਿੰਦਾ ਦਰਸਾ ਕੇ ਅਤੇ ਭਾਗ ਦੀ ਰੇਖਾ ਇੱਕ ਠੀਕਰੀ ਤੇ ਜਾਂ ਕਾਗਜ਼ ਤੇ ਲਿਖਵਾ ਕੇ ਗੁਰਮਤਿ ਦਾ ਮਖੌਲ ਉਡਾਇਆ ਗਿਆ ਹੈ। ਗੁਰਦਿਆਲ ਸਿੰਘ, ਗਿਆਨ ਸਿੰਘ ਜੀ, ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਅਤੀ ਪ੍ਰਸੰਨਤਾ ਹੋਈ ਹੈ। ਬੜੀ ਛੇਤੀ ਤੁਸਾਂ ਗੁਰਮਤਿ ਸਿਧਾਂਤ ਨੂੰ ਸਮਝ ਲਿਆ ਹੈ। ਗਿਆਨ ਸਿੰਘ, ਇਹ ਸਾਰੀ ਮਿਹਰ ਗੁਰੂ ਨਾਨਕ ਸਾਹਿਬ ਜੀ ਦੀ ਹੀ ਹੈ ਜਿਨ੍ਹਾਂ ਨੇ ਆਪ ਜਿਹੇ ਗੁਰਮੁਖਾਂ ਦੀ ਸੰਗਤ ਬਖਸ਼ੀ। ਹੁਣ ਦਾਸ ਦੀ ਬੇਨਤੀ ਹੈ ਕਿ ਲੱਗੇ ਹੱਥ ਮੱਖਣ ਸ਼ਾਹ ਲੁਬਾਣੇ ਵਾਲੀ ਸਾਖੀ ਦੀ ਅਸਲੀਅਤ ਤੇ ਵੀ ਰੌਸ਼ਨੀ ਪਾ ਦਿਓ ਜੀ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 8ਵੇਂ ਕਾਂਡ ਦਾ 6ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।